Class 11th, Section C, Chapter 1. The name of the chapter is An Astrologer's Day, written by R.K. Narayan. Dear students, R.K. Narayan is Indian novelist. ਸਾਡੇ ਭਾਰਤ ਦੇ ਅਜਿਹੇ ਰਾਈਟਰ ਨੇ ਜਿਹੜੇ ਕਿ ਨੋਵਲ ਲਿਖਦੇ ਨੇ। ਬੇਟੇ ਨੋਵਲ ਕੀ ਹੁੰਦਾ ਹੈ? ਜਿਹੜੀ ਛੋਟੀ ਹੁੰਦੀ ਹੈ ਕੁਝ ਇੱਕ ਪੇਜਾਂ ਦੀ ਜਾਂ ਇੱਕ ਅੱਧੇ ਪੇਜ ਦੀ, ਉਸਨੂੰ ਅਸੀਂ ਕਹਿ ਦਿੰਦੇ ਹਾਂ ਸਟੋਰੀ, ਕਹਾਣੀ। ਬਟ ਵੈਨ ਦ ਸਟੋਰੀ ਇਜ਼ ਅ ਲੌਂਗ ਸਟੋਰੀ ਇਟ ਇਜ਼ ਕਾਲਡ ਅ ਨੋਵਲ। ਲੇਕਿਨ ਜਦੋਂ ਕਹਾਣੀ ਇੰਨੀ ਲੰਬੀ ਹੁੰਦੀ ਹੈ ਕਿ ਉਹ ਕਈ 100 ਪੇਜ ਤੱਕ ਚਲੀ ਜਾਂਦੀ ਹੈ, 100, 150, 200, 250, ਉਸਨੂੰ ਅਸੀਂ ਕੀ ਕਹਿ ਦਿੰਦੇ ਹਾਂ? ਨੋਵਲ। ਸੋ ਸਟੋਰੀਜ਼ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਨੇ, ਸ਼ਾਰਟ ਸਟੋਰੀ, ਲੌਂਗ ਸਟੋਰੀ ਔਰ ਨੋਵਲ। ਅਗਰ ਨੋਵਲ ਤੋਂ ਵੀ ਵੱਡੀ ਕਹਾਣੀ ਹੋਵੇ ਤਾਂ ਉਹ ਕੀ ਹੁੰਦਾ ਹੈ? ਐਪਿਕ। ਜਿਸ ਤਰ੍ਹਾਂ ਰਾਮਾਇਣ ਹੈ, ਮਹਾਭਾਰਤ ਹੈ, ਇਹ ਕੀ ਨੇ? ਐਪਿਕਸ। ਸੋ ਇਸ ਤਰੀਕੇ ਨਾਲ ਅਸੀਂ ਕੀ ਦੇਖਦੇ ਹਾਂ ਕਿ R.K. Narayan used to write long stories, that is the novel. Short story writer of international repute. ਸਿਰਫ ਇਹੀ ਨਹੀਂ ਕਿ ਉਹ ਨੋਵਲ ਲਿਖਦੇ ਸੀ, ਛੋਟੀਆਂ ਕਹਾਣੀਆਂ ਵੀ ਲਿਖਦੇ ਸੀ, ਸ਼ਾਰਟ ਸਟੋਰੀਜ਼ ਵੀ ਲਿਖਦੇ ਸੀ। ਸੋ ਉਹਨਾਂ ਦਾ ਲਿਖਿਆ ਹੋਇਆ ਐਨ ਐਸਟਰੋਲੋਜਰਸ ਡੇ। This chapter shows the typical Indian atmosphere. ਭਾਰਤ ਦੇ ਵਿੱਚ ਤੁਸੀਂ ਆਮ ਤੌਰ ਤੇ ਅਜਿਹਾ ਵਾਤਾਵਰਣ ਦੇਖੋਗੇ ਜਿਹੜਾ ਇਸ ਚੈਪਟਰ ਦੇ ਵਿੱਚ ਦਿਖਾਇਆ ਗਿਆ। So what is the whole story? Let us see. ਕਿੱਥੋਂ ਸ਼ੁਰੂ ਹੁੰਦੀ ਹੈ ਸਟੋਰੀ? ਜਿੱਥੇ ਉਹ ਜੋ ਐਸਟਰੋਲੋਜਰ ਹੈ, he is very punctual. Punctual means he opened his bag, spread out his professional equipment. ਤਾਂ ਇਹ ਜਿਹੜਾ ਐਸਟਰੋਲੋਜਰ ਹੈ ਉਹ ਹਰ ਰੋਜ਼ ਇੱਕੋ ਹੀ ਜਗ੍ਹਾ ਤੇ ਬੈਠਦਾ ਹੈ, ਜੋਤਿਸ਼ੀ ਹੈ, ਲੋਕਾਂ ਨੂੰ ਜੋਤਿਸ਼ ਬਾਰੇ ਦੱਸਦਾ ਹੈ, ਲੋਕਾਂ ਦੀਆਂ ਕੁੰਡਲੀਆਂ ਦੇਖ ਦੇਖ ਕੇ ਦੱਸਦਾ ਹੈ, ਤੇ ਉਹਦੇ ਵਿੱਚ ਉਹ ਲੋਕਾਂ ਦਾ ਭੂਤਕਾਲ, ਭਵਿੱਖਕਾਲ ਸਾਰੀਆਂ ਚੀਜ਼ਾਂ ਕਹਿੰਦਾ ਹੈ ਕਿ ਮੈਂ ਸਹੀ ਦੱਸੂਗਾ। ਤੇ ਉਸ ਰੋਜ਼ ਸਵੇਰੇ ਇੱਕ ਦੁਕਾਨ ਸਜਾ ਕੇ ਬੈਠ ਜਾਂਦਾ ਹੈ। ਦੁਕਾਨ ਵੀ ਕੀ ਹੈ? ਫੁੱਟਪਾਥ ਤੇ ਬੈਠ ਜਾਂਦਾ ਬਸ। ਔਰ ਉਹਦੇ ਕੋਲ ਕੀ ਕੁਝ ਸਮਾਨ ਹੈ? ਇਕਵਿਪਮੈਂਟ। ਇਕਵਿਪਮੈਂਟ ਕੀ ਹੁੰਦਾ ਬੇਟੇ? ਸਮਾਨ, ਜਿਹੜਾ ਆਪਾਂ ਸਮਾਨ ਆਪਣੇ ਆਲੇ ਦੁਆਲੇ ਰੱਖਦੇ ਹਾਂ, that is known as equipment. ਤਾਂ ਹੁਣ ਉਸਨੇ ਕੀ ਇਕਵਿਪਮੈਂਟ ਰੱਖਿਆ? ਸਭ ਤੋਂ ਪਹਿਲੀ ਚੀਜ਼ ਉਹ ਆਪਣੇ ਕੋਲ ਰੱਖਦਾ ਹੈ a dozen cowrie shells. ਕੌਡੀਆਂ ਤੁਸੀਂ ਸੁਣਿਆ ਹੋਣਾ, ਕੌਡੀਆਂ। ਤਾਂ ਉਹ ਕਿੰਨੀਆਂ ਰੱਖਦਾ ਹੈ? 1 ਦਰਜਨ, ਯਾਨੀ ਕਿ 12 ਕੌਡੀਆਂ ਉਹ ਆਪਣੇ ਕੋਲ ਰੱਖਦਾ ਹੈ। a square piece of cloth. ਸਕੁਅਰ ਮਤਲਬ ਚੌਰਸ, ਚੌਰਸ ਕੱਪੜੇ ਦਾ ਟੁਕੜਾ ਹੁੰਦਾ, ਉਹਦੇ ਉੱਪਰ obscure mystic charts. ਇਸ ਦੇ ਉੱਤੇ ਕੁਝ ਅਜੀਬ ਅਜੀਬ ਜਿਹੇ ਚਾਰਟ ਬਣਾਏ ਹੁੰਦੇ ਨੇ, ਮਿਸਟਿਕ ਚਾਰਟਸ। ਇਸ ਚਾਰਟਸ ਤੋਂ ਫਿਰ ਉਹ ਆਪਣੀ ਐਸਟਰੋਲੋਜੀ ਕਰਦਾ ਹੈ, ਇਹਦੇ ਵਿੱਚ ਨੰਬਰ ਪਾ ਦਿੰਦਾ, ਰਾਸ਼ੀਆਂ ਰੂਸ਼ੀਆਂ ਪਾ ਦਿੰਦਾ, ਕਿੰਨਾ ਕੁਝ ਲਿਖ ਦਿੰਦਾ ਤੇ ਇਹ ਰੱਖਦਾ ਆਪਣੇ ਕੋਲ। ਇੱਕ ਹੁੰਦੀ ਹੈ ਜੀ ਉਹਦੇ ਕੋਲ ਨੋਟਬੁੱਕ। ਨੋਟਬੁੱਕ ਆਲ ਦਾ ਟਾਈਮ ਉਹਦੇ ਕੋਲ ਰਹਿੰਦੀ ਹੈ ਤਾਂ ਕਿ ਕੋਈ ਲਿਖਾ ਪੜ੍ਹੀ ਦਾ ਕੰਮ ਹੈ, ਕੋਈ ਗਣਨਾ ਦਾ ਕੰਮ ਹੈ, ਉਹ ਕਰ ਲੇ। ਇੱਕ ਹੈ ਉਹਦੇ ਕੋਲ ਬੰਡਲ ਆਫ ਪਲਮਾਇਰਾ ਰਾਈਟਿੰਗਸ, ਕੁਝ ਪੋਥੀਆਂ ਨੇ ਬਈ ਉਹਦੇ ਕੋਲ, ਤੇ ਇਹ ਸਾਰੀਆਂ ਚੀਜ਼ਾਂ ਉਹ ਆਪਣੇ ਕੋਲ ਰੱਖਦਾ। ਸੋ ਤੁਹਾਨੂੰ ਇਹ ਕੁਐਸਚਨ ਇਸ ਚੈਪਟਰ ਦੇ ਵਿੱਚੋਂ ਆਮ ਤੌਰ ਤੇ ਹੀ ਆ ਜਾਂਦਾ ਹੈ, ਟੈਲ ਅਬਾਊਟ ਦਾ ਪ੍ਰੋਫੈਸ਼ਨਲ ਇਕਵਿਪਮੈਂਟ ਆਫ ਦ ਐਸਟਰੋਲੋਜਰ। ਸੋ ਯੂ ਕੈਨ ਰਾਈਟ ਆਲ ਦਿਸ ਇਨ ਦਾ ਆਂਸਰ। ਕੀ ਹੈ ਉਸਦਾ ਪ੍ਰੋਫੈਸ਼ਨਲ ਇਕਵਿਪਮੈਂਟ? The professional equipment is a dozen cowrie shells, a square piece of cloth, obscure chart, mystic chart and a notebook and a bundle of Palmyra writings. ਇਹ ਸਾਰਾ ਆਨਸਰ ਹੋ ਗਿਆ ਉਸਦਾ। ਬਾਕੀ ਤੁਹਾਨੂੰ ਮੈਂ ਰਿਟਨ ਕੁਐਸਚਨ ਆਨਸਰ ਵੀ ਭੇਜੂੰਗੀ, ਸੋ ਡਰਨ ਦੀ ਜ਼ਰੂਰਤ ਨਹੀਂ ਹੈ। ਹੁਣ ਆਪਾਂ ਦੇਖਦੇ ਹਾਂ ਉਸਦੀ ਵੇਸ਼ਭੂਸ਼ਾ। His forehead, forehead ਕੀ ਹੁੰਦਾ? ਮੱਥਾ, was resplendent with sacred ash. Sacred ash ਕੀ ਹੁੰਦੀ ਹੈ ਕਲਾਸ? ਭਬੂਤ। ਭਬੂਤ ਸੁਣੀ ਹੈ ਨਾ ਤੁਸੀਂ? ਪਵਿੱਤਰ ਰਾਖ, ਉਸਨੂੰ ਸੈਕਰਡ ਐਸ਼ ਕਹਿੰਦੇ ਨੇ। ਐਂਡ ਵਰਮਿਲੀਅਨ, ਦੂਸਰੀ ਚੀਜ਼ ਉਹ ਕੀ ਲਾ ਕੇ ਰੱਖਦਾ ਹੈ? ਵਰਮਿਲੀਅਨ। ਵਰਮਿਲੀਅਨ ਕੀ ਹੁੰਦਾ ਹੈ? ਸਿੰਦੂਰ। ਭਬੂਤ ਤੇ ਸਿੰਦੂਰ। ਭਬੂਤ ਨੂੰ ਇੰਗਲਿਸ਼ ਕੀ ਕਹਿੰਦੇ ਆ? ਸੈਕਰਡ ਐਸ਼। ਵਰਮਿਲੀਅਨ ਨੂੰ ਕੀ ਕਹਿੰਦੇ ਆ? ਸਿੰਦੂਰ। So his forehead is resplendent. ਉਸਦਾ ਮੱਥਾ ਚਮਕ ਰਿਹਾ ਹੈ। resplendent ਮਤਲਬ ਚਮਕ ਰਿਹਾ, ਉਸਦਾ ਮੱਥਾ ਚਮਕਦਾ ਹੈ ਹਮੇਸ਼ਾ।
ਕਿਸ ਤਰ੍ਹਾਂ ਚਮਕਦਾ ਹੈ ਕਿ ਉਸਨੇ ਭਭੂਤ ਲਾਈ ਹੁੰਦੀ ਹੈ ਤੇ ਸਿੰਦੂਰ ਲਾਇਆ ਹੁੰਦਾ ਹੈ। ਠੀਕ ਹੈ ਕਲਾਸ। ਹੁਣ ਉਸ ਤੋਂ ਅੱਗੇ ਸਾਨੂੰ ਕੀ ਦੱਸਿਆ ਜਾ ਰਿਹਾ? ਆਈਜ਼ ਸਪਾਰਕਲਡ, ਅੱਖਾਂ 'ਚ ਉਹਦੇ ਇੱਕ ਚਮਕ ਹੁੰਦੀ ਹੈ। ਸ਼ਾਰਪ ਐਬਨੋਰਮਲ ਗਲੀਮ, ਇਹ ਚਮਕ ਕਿਸ ਚੀਜ਼ ਦੀ ਹੁੰਦੀ ਹੈ ਕਿ ਉਹ ਬੜਾ ਚੁਸਤ ਹੈ। ਐਕਚੁਅਲੀ ਆਈ ਵਾਂਟ ਟੂ ਟੈਲ ਯੂ that he was not real astrologer, ਅਸਲੀ ਜੋਤਿਸ਼ੀ ਨਹੀਂ ਸੀਗਾ। ਮੈਂ ਤੁਹਾਨੂੰ ਇਹਦੀ ਵੀਡੀਓ ਵੀ ਭੇਜੀ ਸੀ ਜਿਹ 'ਚ ਪੂਰਾ ਚੈਪਟਰ ਪੜ੍ਹਾਇਆ ਹੋਇਆ। ਅਸਲੀ ਜੋਤਿਸ਼ੀ ਨਹੀਂ ਸੀ ਉਹ ਕੀ ਸੀਗਾ? ਨਕਲੀ ਜੋਤਿਸ਼ੀ ਸੀ। ਤੁਸੀਂ ਪਲੀਜ਼ ਉਸ ਵੀਡੀਓ ਨੂੰ ਜ਼ਰੂਰ ਦੇਖਣਾ। ਉਹ ਵੀਡੀਓ ਦੇ ਵਿੱਚ ਪੂਰੀ ਦੀ ਪੂਰੀ ਇੱਕ ਇੱਕ ਅੱਖਰ ਤੁਹਾਨੂੰ ਸਮਝਾਇਆ ਹੋਇਆ ਇਸ ਚੈਪਟਰ ਦਾ। ਸੋ ਹੁਣ ਉਹ ਕਿਸ ਜਗ੍ਹਾ ਤੇ ਬੈਠਦਾ ਹੈ? ਉਹ ਹਰ ਰੋਜ਼ ਇੱਕ ਟਰੀ ਦੇ ਨੀਚੇ ਬੈਠਦਾ। ਇਹ ਟਰੀ ਕਿੱਥੇ ਹੈ? ਟਾਊਨ ਹਾਲ ਪਾਰਕ ਦੇ ਵਿੱਚ ਹੈ। ਤਾਂ ਕਈ ਵਾਰੀ ਤੁਹਾਨੂੰ ਇਹ ਪੁੱਛ ਲਿਆ ਜਾਂਦਾ ਵੇਅਰ ਡਿਡ ਦਾ ਐਸਟਰੋਲੋਜਰ ਸਿਟ? ਹੀ ਸੈਟ ਅੰਡਰ ਦਾ ਬਾਊਜ਼ ਆਫ ਅ ਸਪਰੈਡਿੰਗ ਟੈਮਰਿੰਡ ਟਰੀ which flanked on the path running through the town hall park. ਟਾਊਨ ਹਾਲ ਪਾਰਕ ਦੇ ਵਿੱਚੋਂ ਇੱਕ ਰਸਤਾ ਗੁਜ਼ਰਦਾ ਹੈ। ਉਸ ਰਸਤੇ ਦੇ ਵਿੱਚ ਇਮਲੀ ਦਾ ਇੱਕ ਦਰਖਤ ਹੈ। ਉਸ ਦਰਖਤ ਦੇ ਨੀਚੇ ਸਾਡਾ ਜੋਤਸ਼ੀ ਬੈਠਦਾ ਹੈ। ਟੈਮਰਿੰਡ ਦਾ ਮਤਲਬ ਕੀ ਹੁੰਦਾ ਹੈ? ਇਮਲੀ। ਠੀਕ ਹੈ, ਇਮਲੀ ਜਿਹੜੇ ਦਰਖਤ ਤੇ ਉੱਗਦੀ ਹੈ ਉਸ ਦਰਖਤ ਨੂੰ ਟੈਮਰਿੰਡ ਟਰੀ ਕਹਿੰਦੇ ਨੇ। ਸੋ ਹੁਣ ਸਾਡਾ ਐਸਟਰੋਲੋਜਰ ਕਿੱਥੇ ਬੈਠਦਾ? ਵੇਅਰ ਡਿਡ ਦਾ ਐਸਟਰੋਲੋਜਰ ਸਿਟ? ਅੰਡਰ ਦ ਟੈਮਰਿੰਡ ਟਰੀ ਇਨ ਦ ਟਾਊਨ ਹਾਲ ਪਾਰਕ। ਉੱਥੇ ਇੱਕ ਪਾਰਕ ਹੈ, ਪਬਲਿਕ ਪਾਰਕ, ਉੱਥੇ ਬੜੀ ਭੀੜ ਆਉਂਦੀ ਹੈ। ਦੇਰ ਇਜ਼ ਅ ਲੋਟ ਆਫ ਕਰਾਊਡ, ਔਰ ਉਸ ਕਰਾਊਡ ਦਾ ਫਾਇਦਾ ਇਸ ਜੋਤਿਸ਼ੀ ਨੂੰ ਮਿਲਦਾ ਹੈ। ਹੁਣ ਜੋਤਿਸ਼ੀ ਆ, ਉਹਨੇ ਪੈਸਾ ਕਮਾਉਣਾ ਹੈ ਤਾਂ ਉਸੇ ਜਗ੍ਹਾ ਤੇ ਬੈਠੂਗਾ ਨਾ ਜਿੱਥੇ ਭੀੜ ਭੜੱਕਾ ਹੋਊਗਾ। ਅੱਗੇ ਸਾਨੂੰ ਦੱਸਿਆ ਜਾ ਰਿਹਾ, ਇਹ ਵੀ ਕੁਐਸਚਨ ਆਉਂਦਾ ਹੈ, what were the other professionals around him? ਉਸ ਦੇ ਆਲੇ ਦੁਆਲੇ ਹੋਰ ਕਿਸ ਤਰ੍ਹਾਂ ਦੇ ਲੋਕ ਹੈ? A variety of trades, ਬਹੁਤ ਸਾਰੇ ਵਪਾਰੀ ਉਹਦੇ ਆਲੇ ਦੁਆਲੇ ਨੇ, and occupations, ਬਹੁਤ ਕਿੱਤਾ ਕਰਨ ਵਾਲੇ ਲੋਕ ਉਹਦੇ ਆਲੇ ਦੁਆਲੇ ਹੁੰਦੇ ਆ। ਕਿਹੜੇ ਕਿਹੜੇ ਹੁੰਦੇ ਨੇ ਜੀ? ਮੈਡੀਸਨ ਸੈਲਰ, seller of stolen hardware and junk, magician, and above all an auctioneer of cheap clothes. ਇਹ ਤੁਸੀਂ ਵੀ ਦੇਖਿਆ ਹੋਣਾ, ਛੋਟੇ ਛੋਟੇ ਕੱਪੜੇ ਵਿਛਾ ਕੇ ਫੁੱਟਪਾਥ ਤੇ ਆਮ ਹੀ ਬੈਠੇ ਹੁੰਦੇ ਆ ਮੈਡੀਸਨ ਸੈਲਰਸ, ਦਵਾਈਆਂ ਵੇਚਦੇ ਆ, ਦੇਸੀ ਦਵਾਈਆਂ। ਜਾਂ ਫਿਰ ਕਈ ਵਾਰੀ ਕੌਣ ਬੈਠਾ ਹੁੰਦਾ ਉੱਥੇ? ਸਟੋਲਨ ਹਾਰਡਵੇਅਰ ਵੇਚਣ ਵਾਲੇ, ਚੋਰੀ ਕਾ ਮਾਲ ਸਸਤੇ ਮੇਂ, ਇਹ ਵੇਚਦੇ ਨੇ। ਚੋਰ ਮਤਲਬ ਇਹ ਉਹ ਹੁੰਦੇ ਨੇ, ਚੋਰੀ ਕੀਤੇ ਹੋਏ ਸਮਾਨ ਨੂੰ ਸਸਤੇ ਭਾਅ ਤੇ ਵੇਚਦੇ ਆ। ਤੁਹਾਨੂੰ ਪਤਾ ਹੋਣਾ ਕਿ ਦਿੱਲੀ ਦੇ ਵਿੱਚ ਇੱਕ ਖਾਸ ਚੋਰ ਬਾਜ਼ਾਰ ਵੀ ਹੈ ਜਿੱਥੇ ਚੋਰੀ ਦਾ ਸਮਾਨ ਮਿਲਦਾ ਤੇ ਕਾਫੀ ਸਸਤਾ ਮਿਲਦਾ। ਮੈਜੀਸ਼ੀਅਨ, ਮੈਜੀਸ਼ੀਅਨ ਕੀ ਹੁੰਦਾ ਉੱਥੇ? ਹੋਰ ਕੌਣ ਹੈ? ਜਾਦੂਗਰ, ਮੈਜੀਸ਼ੀਅਨ। ਐਂਡ ਅਬਵ ਆਲ ਐਨ ਆਕਸ਼ਨੀਅਰ, ਆਕਸ਼ਨੀਅਰ ਕੀ ਹੁੰਦਾ? ਜਿਹੜੇ ਲੋਕ ਨੀਲਾਮੀ ਕਰ ਰਹੇ ਨੇ। ਨੀਲਾਮੀ ਕਿਸ ਚੀਜ਼ ਦੀ? ਬੇਟਾ ਤੁਸੀਂ ਆਮ ਹੀ ਦੇਖਿਆ ਹੋਣਾ ਕਿ ਕੱਪੜਾ ਵਿਛਾ ਕੇ ਜ਼ਮੀਨ ਤੇ ਬੈਠੇ ਹੁੰਦੇ ਨੇ ਤੇ ਪੁਰਾਣੇ ਕੱਪੜੇ ਵੇਚ ਰਹੇ ਹੁੰਦੇ ਨੇ, ਚੀਪ ਕਲੋਥਸ ਜਾਂ ਸਸਤੇ ਕੱਪੜੇ ਵੇਚ ਰਹੇ ਹੁੰਦੇ ਨੇ। ਸੋ ਸਸਤੇ ਕੱਪੜੇ ਵੇਚਣ ਵਾਲੇ ਲੋਕ ਵੀ ਉੱਥੇ ਬੈਠੇ ਹੁੰਦੇ ਨੇ। ਸੋ ਇਹ ਸਾਰੇ ਉਸਦੇ ਆਲੇ ਦੁਆਲੇ ਹੁੰਦੇ ਨੇ। ਤੁਹਾਨੂੰ ਕੁਐਸਚਨ ਪੁੱਛ ਲਿਆ ਜਾਂਦਾ ਹੈ, what were the other trades? The other trades were medicine sellers, seller of stolen hardware and junk. junk ਕੀ ਹੁੰਦਾ? ਕਬਾੜ, ਕਬਾੜੀਏ ਵੀ ਬੈਠੇ ਆ ਉੱਥੇ, ਮਜੀਸ਼ੀਅਨ ਵੀ ਬੈਠੇ ਆ, ਜਾਦੂਗਰ ਵੀ ਬੈਠੇ ਨੇ, ਤੇ ਸਸਤੇ ਕੱਪੜੇ ਵੇਚਣ ਵਾਲੇ ਲੋਕ ਵੀ ਬੈਠੇ ਨੇ। ਉਸ ਤੋਂ ਬਾਅਦ ਆਪਾਂ ਨੂੰ ਕਿਹਾ ਜਾ ਰਿਹਾ ਹੈ ਕਿ ਉੱਥੇ ਨਾ ਇੱਕ ਹੋਰ ਹੈ, ਗਰਾਊਂਡ ਨਟ ਸੈਲਰ, ਮੂੰਗਫਲੀਆਂ ਵੇਚਦਾ। ਉਹ ਆਪਣੀਆਂ ਮੂੰਗਫਲੀਆਂ ਦੇ ਤਰ੍ਹਾਂ ਤਰ੍ਹਾਂ ਦੇ ਨਾਂ ਰੱਖਦਾ। ਇਹ ਵੀ ਕੁਐਸਚਨ ਆਉਂਦਾ ਕਿ what were the other names given to the ground nuts? ਮੂੰਗਫਲੀਆਂ ਦੇ ਨਾਮ ਇਹ ਜਿਹਾ ਰੱਖਦਾ ਕਿ ਲੋਕ ਹੱਸਦੇ ਹੱਸਦੇ ਉਹਦੀਆਂ ਮੂੰਗਫਲੀਆਂ ਖਰੀਦ ਲੈਂਦੇ ਆ। ਕਦੀ ਤਾਂ ਕਹਿ ਦੂਗਾ ਮੂੰਗਫਲੀਆਂ ਨੂੰ ਬੰਬੇ ਆਈਸਕ੍ਰੀਮ, ਕਦੀ ਕਹਿ ਦੂਗਾ ਡੇਲੀ ਆਮੰਡ, ਬੰਬੇ ਦੀ ਆਈਸਕ੍ਰੀਮ ਹੈ, ਦਿੱਲੀ ਦੇ ਬਦਾਮ, ਕੁਛ ਵੀ ਕਹਿ ਕੇ ਆਪਣੇ ਮੂੰਗਫਲੀਆਂ ਵੇਚਦਾ ਰਹਿੰਦਾ ਹੈ। The astrologer transacted his business by the light of a flare which cracked and smoked up above the groundnut heap. ਤਾਂ ਤੁਹਾਨੂੰ ਇਹ ਵੀ ਪੁੱਛ ਲਿਆ ਜਾਂਦਾ ਹੈ ਕਿ ਜਦੋਂ ਰਾਤ ਹੋ ਜਾਂਦੀ ਹੈ ਤਾਂ ਐਸਟਰੋਲੋਜਰ ਨੂੰ ਲਾਈਟ ਕਿਵੇਂ ਮਿਲਦੀ ਹੈ? ਉਸਨੂੰ ਲਾਈਟ ਕਿੱਥੋਂ ਮਿਲਦੀ ਹੈ ਕਿ ਆਹ ਜਿਹੜਾ ਮੂੰਗਫਲੀਆਂ ਵੇਚਣ ਵਾਲਾ ਹੈ ਉਹ ਕੁਛ ਲਾਈਟ ਰੱਖਦਾ ਆਪਣੀਆਂ ਮੂੰਗਫਲੀਆਂ ਦੇ ਨੇੜੇ ਤੇੜੇ ਤਾਂ ਕਿ ਲੋਕਾਂ ਨੂੰ ਦਿਖਦੀ ਰਹੇ। ਉਹੀ ਲਾਈਟ ਐਸਟਰੋਲੋਜਰ ਤੱਕ ਹਲਕੀ ਹਲਕੀ ਚਲੀ ਜਾਂਦੀ ਹੈ ਤੇ ਇਹਦਾ ਕੰਮ ਸਰ ਜਾਂਦਾ। ਉਸ ਤੋਂ ਬਾਅਦ ਇਹ ਜੋ ਐਸਟਰੋਲੋਜਰ ਹੈ
ਹੀ ਵਾਜ਼ ਨਾਟ ਅ ਰੀਅਲ ਐਸਟ੍ਰੋਲੋਜਰ, ਇਹ ਮੈਂ ਤੁਹਾਨੂੰ ਦੱਸ ਹੀ ਦਿੱਤਾ। ਇਹ ਸਾਰੀ ਸਿਚੁਏਸ਼ਨ ਐਸਟ੍ਰੋਲੋਜਰ ਨੂੰ ਬਹੁਤ ਸੂਟ ਕਰਦੀ ਹੈ। when he began his life as he knew no more of what was going to happen to himself next minute। ਤਾਂ ਕਹਿੰਦੇ ਕਿ ਉਸਨੂੰ ਕੁਛ ਨਹੀਂ ਪਤਾ, ਹੀ ਇਜ਼ ਨਾਟ ਐਨ ਐਸਟ੍ਰੋਲੋਜਰ, ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਸ ਦੇ ਨਾਲ ਨੈਕਸਟ ਮਿੰਟ ਕੀ ਹੋਣ ਵਾਲਾ ਹੈ। ਸੋ ਬੇਟੇ ਜੋਤਸ਼ੀ ਕੀ ਹੈ, ਨਕਲੀ ਹੈ, ਅਸਲੀ ਨਹੀਂ ਹੈਗਾ। ਹੀ ਵਾਜ਼ ਐਜ਼ ਮਚ ਅ stranger to the stars as were his innocent customers। ਤਾਂ ਵੈਸੇ ਵੀ ਉਹ ਆਪਣੇ ਸਟਾਰਸ ਦੇ ਨਾਲ ਉਨਾ ਹੀ ਅਜਨਬੀ ਹੈ ਜਿੰਨਾ ਕਿ ਉਹ ਭੋਲੇ ਭਾਲੇ ਕਸਟਮਰਸ ਨਾਲ। ਤਾਂ ਮੁੱਕਦੀ ਗੱਲ ਕੀ ਹੈ, ਮੈਂ ਤੁਹਾਨੂੰ ਦੱਸਣਾ ਕੀ ਚਾਹ ਰਹੀ ਹਾਂ ਕਿ ਸਾਡਾ ਜੋਤਸ਼ੀ ਹਰ ਰੋਜ਼ ਇਮਲੀ ਦੇ ਦਰਖਤ ਥੱਲੇ ਬੈਠ ਜਾਂਦਾ ਹੈ, ਬਹੁਤ ਸਾਰਾ ਸਮਾਨ ਰੱਖ ਲੈਂਦਾ ਹੈ ਤੇ ਉਹ ਲੋਕਾਂ ਨੂੰ ਬੁੱਧੂ ਬਣਾਉਂਦਾ ਰਹਿੰਦਾ ਹੈ। ਹੁਣ ਕੀ ਹੁੰਦਾ, ਉਸਦੇ ਕੋਲ ਇੱਕ ਵਾਰ ਇੱਕ ਐਸਾ ਵਿਅਕਤੀ ਆਉਂਦਾ ਹੈ ਜਿਹੜਾ ਕਿ ਉਸ ਨਾਲ ਆ ਕੇ ਇੱਕ ਸ਼ਰਤ ਲਾਉਂਦਾ ਹੈ। ਕੰਪਲੀਟ ਚੈਪਟਰ ਲਈ ਤੁਸੀਂ ਵੀਡੀਓ ਦੇਖ ਲਿਓ, ਤਾਂ ਤੁਹਾਨੂੰ ਮੇਨ ਇੰਪੋਰਟੈਂਟ ਪੁਆਇੰਟਸ ਹੀ ਦੱਸ ਰਹੀ ਹਾਂ ਇਸ ਕਲਾਸ 'ਚ। ਤਾਂ ਇਹ ਵਿਅਕਤੀ ਆ ਕੇ ਉਹਦੇ ਨਾਲ ਕੀ ਸ਼ਰਤ ਲਗਾਉਂਦਾ ਹੈ, ਅਗਰ ਤੂੰ ਮੇਰੀਆਂ ਸਾਰੀਆਂ ਗੱਲਾਂ ਦਾ ਸਹੀ ਸਹੀ ਜਵਾਬ ਦੇ ਦੇਂਗਾ ਤਾਂ ਮੈਂ ਤੈਨੂੰ ਪੈਸੇ ਵਧਾ ਕੇ ਦਊਂਗਾ, ਡਬਲ ਦਿੰਦਾ ਰਹੂੰਗਾ। ਅਗਰ ਤੂੰ ਗਲਤ ਜਵਾਬ ਦਿੱਤਾ ਤਾਂ ਤੂੰ ਮੈਨੂੰ ਡਬਲ ਪੈਸੇ ਵਾਪਿਸ ਕਰੇਗਾ। ਸੋ ਇਸ ਤਰੀਕੇ ਨਾਲ ਉਹ ਜੋਤਿਸ਼ੀ ਜਿਹੜਾ ਕਿ ਲੋਕਾਂ ਨੂੰ ਹਮੇਸ਼ਾ ਊਟਪਟਾਂਗ ਗੱਲਾਂ ਸੁਣਾਉਂਦਾ ਰਹਿੰਦਾ ਹੈ, ਉਹ ਇਸ ਬੰਦੇ ਨਾਲ ਡੀਲ ਕਰ ਲੈਂਦਾ ਹੈ। ਤੇ ਇਹ ਇਨਸਾਨ ਉਹਨੂੰ ਕੀ ਕਹਿੰਦਾ ਹੈ, ਇਹ ਇਨਸਾਨ ਉਹਨੂੰ ਕਹਿੰਦਾ ਹੈ ਕਿ ਟੈਲ ਮੀ ਸਮਥਿੰਗ ਵਰਥਵਾਈਲ, ਕੋਈ ਕੰਮ ਦੀ ਗੱਲ ਦੱਸ ਮੈਨੂੰ। ਕਿਉਂਕਿ ਆਪਣਾ ਜੋਤਸ਼ੀ ਕੀ ਕਰਦਾ ਹੈ, ਉਵੇਂ ਹੀ ਸ਼ੁਰੂ ਕਰ ਦਿੰਦਾ ਹੈ, ਤੁਹਾਡੇ ਘਰੇ ਇੱਕ ਜਨਾਨੀ ਹੈ, ਉਹ ਜਾਦੂ ਮੰਤਰ ਕਰਦੀ ਹੈ, ਤੂੰ ਬਹੁਤ ਦੁਖੀ ਹੈ, ਤੇਰਾ ਕੰਮ ਨਹੀਂ ਬਣਦਾ। ਸਿੰਪਲ ਗੱਲਾਂ ਜਿਹੜੀਆਂ ਸਾਰੇ ਲੋਕਾਂ ਲਈ ਸਹੀ ਨੇ। ਤਾਂ ਉਹ ਬੰਦਾ ਕਹਿੰਦਾ ਕਿ ਇਹ ਬਕਵਾਸ ਬੰਦ ਕਰ ਤੇ ਸਿੱਧੀ ਸਿੱਧੀ ਕੋਈ ਕੰਮ ਦੀ ਗੱਲ ਦੱਸ, ਨਹੀਂ ਮੈਂ ਤੈਨੂੰ ਛੱਡਣਾ ਨਹੀਂ। ਤਾਂ ਹੁਣ ਜੋਤਸ਼ੀ ਕੀ ਕਹਿੰਦਾ ਹੈ, ਆਈ ਚਾਰਜ ਓਨਲੀ 3 ਪਾਈਸ ਪਰ ਕੁਐਸਚਨ। ਤੁਹਾਨੂੰ ਇਹ ਪੁੱਛਿਆ ਜਾਂਦਾ ਹੈ ਇੱਕ ਕੁਐਸਚਨ ਦੇ ਕਿੰਨੇ ਪੈਸੇ ਲੈਂਦਾ ਜੋਤਸ਼ੀ। ਤਾਂ ਇਹ ਜੋਤਸ਼ੀ ਇੱਕ ਕੁਐਸਚਨ ਦੇ ਕਿੰਨੇ ਪੈਸੇ ਲੈਂਦਾ ਹੈ, 3 ਪਾਈਆਂ। ਬੇਟੇ ਪਾਈ ਪੁਰਾਣੇ ਸਮੇਂ 'ਚ ਚੱਲਦੀ ਹੁੰਦੀ ਸੀ, 1 ਰੁਪਏ 'ਚ ਕਈ ਪਾਈਆਂ ਹੁੰਦੀਆਂ ਸੀ। ਸੋ 3 ਪਾਈ ਲੈਂਦਾ ਤੇ ਇੱਕ ਸਵਾਲ ਦਾ ਜਵਾਬ ਦਿੰਦਾ ਹੈ। ਉਹ ਕਹਿੰਦਾ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਇੱਕ ਸਵਾਲ ਦੇ ਬਦਲੇ 3 ਪਾਈ ਲਊਂਗਾ। If my answers are satisfactory, will you give me 5 rupees? ਤਾਂ ਇਹ ਆਪਣਾ ਐਸਟ੍ਰੋਲੋਜਰ ਉਹਨੂੰ ਪੁੱਛਦਾ ਹੈ ਕਿ ਜੇ ਮੇਰੇ ਜਵਾਬ ਤੈਨੂੰ ਠੀਕ ਲੱਗੇ ਕੀ ਮੈਨੂੰ 5 ਰੁਪਏ ਦੇਂਗਾ। ਬੇਟੇ ਉਸ ਸਮੇਂ 5 ਰੁਪਏ ਇੱਕ ਰਕਮ ਹੁੰਦੀ ਸੀ। ਤਾਂ ਉਹ ਆਦਮੀ ਕੀ ਕਹਿੰਦਾ, ਨੋ 5 ਰੁਪਏ ਤਾਂ ਨਹੀਂ ਦਿੰਦਾ। ਵਿਲ ਯੂ ਗਿਵ ਮੀ 8 ਆਨਾਸ, ਕਿੱਥੇ 5 ਰੁਪਏ ਕਿੱਥੇ 50 ਪੈਸੇ। ਕਹਿੰਦਾ ਚੱਲ ਮੈਨੂੰ 8 ਆਨੇ ਹੀ ਦੇ ਦੀ, 5 ਰੁਪਏ ਨਹੀਂ ਦੇ ਸਕਦਾ, 5 ਰੁਪਏ ਨਹੀਂ ਦੇ ਸਕਦਾ ਤਾਂ 50 ਪੈਸੇ ਹੀ ਦੇ ਦੀ, ਠੀਕ ਹੈ, 8 ਆਨੇ ਹੀ ਦੇ ਦੀ। Alright, provided you give me twice as much if you are wrong। ਠੀਕ ਹੈ, ਜੇ ਤੂੰ ਗਲਤ ਦੱਸਿਆ ਫੇਰ ਤੂੰ ਮੈਨੂੰ ਇਹਦੇ ਦੁੱਗਣੇ ਪੈਸੇ ਦੇਂਗਾ, ਟਵਾਈਸ, ਦੁੱਗਣੇ। said the stranger, ਉਸ ਅਜਨਬੀ ਨੇ ਕਿਹਾ। ਚਲੋ ਇਹਨਾਂ ਦੋਨਾਂ ਦੇ ਵਿੱਚ ਡੀਲ ਫਾਈਨਲ ਹੋ ਗਈ। ਤਾਂ ਸਭ ਤੋਂ ਪਹਿਲਾਂ ਐਸਟ੍ਰੋਲੋਜਰ ਅਨਕੰਫਰਟੇਬਲ ਫੀਲ ਕਰਦਾ ਹੈ, ਉਸਨੂੰ ਇਹ ਵਿਅਕਤੀ ਨਾਲ ਕੁਝ ਪ੍ਰੋਬਲਮ ਹੋ ਰਹੀ ਹੈ। ਕੀ ਪ੍ਰੋਬਲਮ ਹੋ ਰਹੀ ਹੈ ਆਪਾਂ ਨੂੰ ਅੱਗੇ ਜਾ ਕੇ ਪਤਾ ਲੱਗੂਗਾ। ਹੇਅਰ ਟੇਕ ਯੋਰ ਆਨਾ ਬੈਕ, ਆਈ ਐਮ ਨਾਟ ਯੂਜ਼ਡ ਟੂ ਸਚ ਚੈਲੰਜਿਸ। ਤਾਂ ਜਦੋਂ ਉਹ ਵਿਅਕਤੀ ਉਹਨੂੰ ਕਹਿੰਦਾ ਹੈ ਕਿ ਜੇ ਤੂੰ ਗਲਤ ਦੱਸਿਆ ਮੈਂ ਕਰ ਦੂੰ, ਇਹ ਕਰ ਦੂੰ, ਤਾਂ ਜੋਤਸ਼ੀ ਕਹਿੰਦਾ ਆ ਚੱਕ ਆਪਣਾ ਇੱਕ ਆਨਾ, ਮੈਨੂੰ ਇਹੋ ਜਿਹੇ ਚੈਲੰਜਿਸ ਦੀ ਜ਼ਰੂਰਤ ਨਹੀਂ ਹੈਗੀ। ਹੀ ਮੇਡ ਪ੍ਰੈਪਰੇਸ਼ਨਸ ਟੂ ਬੰਡਲ ਅਪ। ਤੇ ਜੋਤਸ਼ੀ ਕਹਿੰਦਾ ਮੈਂ ਤਾਂ ਆਪਣਾ ਸਮਾਨ ਲੈ ਕੇ ਚੱਲਿਆ, ਮੈਂ ਤਾਂ ਤੈਨੂੰ ਕੁਛ ਨਹੀਂ ਦੱਸਦਾ। ਤਾਂ ਉਹ ਵਿਅਕਤੀ ਉਹਨੂੰ ਉਹਦੀ ਰਿਸਟ ਤੋਂ ਫੜ ਲੈਂਦਾ, ਉਹਦੀ ਕਲਾਈ ਤੋਂ ਫੜ ਲੈਂਦਾ ਤੇ ਫਿਰ ਉਸਨੂੰ ਕੀ ਕਹਿੰਦਾ, ਯੂ ਕਾਂਟ ਗੈਟ ਆਊਟ ਆਫ ਇਟ ਨਾਓ। ਹੁਣ ਆਪਣੀ ਡੀਲ ਫਾਈਨਲ ਹੋ ਗਈ, ਤੂੰ ਹੀ ਮੈਨੂੰ ਬੁਲਾਇਆ ਸੀ, ਯੂ ਡਰੈਗਡ ਮੀ ਵਾਈਲ ਆਈ ਵਾਜ਼ ਪਾਸਿੰਗ। ਮੈਂ ਤਾਂ ਤੁਰਿਆ ਜਾ ਰਿਹਾ ਸੀ, ਤੂੰ ਇੱਥੇ ਬੈਠਾ, ਮੈਂ ਇੱਥੋਂ ਤੁਰਿਆ ਜਾ ਰਿਹਾ, ਤੂੰ ਹੀ ਮੈਨੂੰ ਆਵਾਜ਼ਾਂ ਦੇ ਕੇ ਬੁਲਾਇਆ, ਹੁਣ ਮੈਂ ਉਰੇ ਆ ਗਿਆ, ਹੁਣ ਨਹੀਂ ਮੈਂ ਤੈਨੂੰ ਛੱਡਦਾ, ਜਾਂ ਤਾਂ ਤੂੰ ਮੇਰੀਆਂ ਗੱਲਾਂ ਦੇ ਜਵਾਬ ਦੇ, ਨਹੀਂ ਮੈਂ ਤੈਨੂੰ ਛੱਡੂਗਾ ਨਹੀਂ। ਦ ਐਸਟ੍ਰੋਲੋਜਰ ਸ਼ਿਵਰਡ ਇਨ ਗ੍ਰਿਪ। ਉਸ ਆਦਮੀ ਨੇ ਜਦੋਂ ਐਸਟ੍ਰੋਲੋਜਰ ਦੀ ਬਾਂਹ ਫੜੀ ਤਾਂ ਐਸਟ੍ਰੋਲੋਜਰ ਸਾਡਾ ਕੰਬਣ ਲੱਗ ਗਿਆ। ਕੰਬ ਕੇ ਕੀ ਕਹਿੰਦਾ, ਲੀਵ ਮੀ ਟੂਡੇ, ਮੈਨੂੰ ਅੱਜ ਦਾ ਦਿਨ ਛੱਡ ਦੇ। ਉਹ ਆਦਮੀ ਕਹਿੰਦਾ ਨਾ, ਚੈਲੰਜ ਇਜ਼ ਚੈਲੰਜ, ਗੋ ਔਨ। ਮੈਂ ਜਿਹੜੀ ਚੁਣੌਤੀ ਦੇਤੀ ਹੁਣ ਤੈਨੂੰ ਇਹ ਲੈਣੀ ਪਊਗੀ। ਤਾਂ ਫਿਰ ਜੋਤਸ਼ੀ ਨੇ ਕਹਿਣਾ ਸ਼ੁਰੂ ਕੀਤਾ, ਦੇਅਰ ਇਜ਼ ਅ ਵੂਮਨ, ਤੁਹਾਡੇ ਘਰੇ ਇੱਕ ਤੀਵੀਂ ਹੈ। ਫਿਰ ਉਹ ਬੰਦਾ ਕੀ ਕਹਿੰਦਾ, ਸਟਾਪ, ਆਈ ਡੋਂਟ ਵਾਂਟ ਆਲ ਦੈਟ,
ਇਹੋ ਜਿਹੀਆਂ ਫੋਕੀਆਂ ਜਿਹੀਆਂ ਗੱਲਾਂ ਮੇਰੇ ਨਾਲ ਨਾ ਕਰ ਜਿਹੜੀਆਂ ਤੂੰ ਪਹਿਲਾਂ ਕਰਦਾ ਆ ਰਿਹਾ ਲੋਕਾਂ ਨਾਲ। ਮੈਨੂੰ ਕੋਈ ਕੰਮ ਦੀ ਗੱਲ ਦੱਸ, ਐਸੀ ਗੱਲ ਦੱਸ ਕਿ ਮੈਨੂੰ ਤੇਰੇ ਤੇ ਯਕੀਨ ਆ ਜੇ। Shall I succeed in my present search or not? ਮੈਂ ਕਿਸੇ ਨੂੰ ਲੱਭ ਰਿਹਾ, ਤੂੰ ਮੈਨੂੰ ਇਹ ਦੱਸ ਮੈਨੂੰ ਉਹ ਵਿਅਕਤੀ ਮਿਲ ਜੂਗਾ ਕਿ ਨਹੀਂ ਮਿਲ ਜੂਗਾ, ਕੀ ਮੈਂ ਆਪਣੀ ਇਸ ਸਰਚ ਦੇ ਵਿੱਚ ਸਫਲ ਹੋ ਜਾਊਂਗਾ। ਆਨਸਰ ਦਿਸ ਇਜ਼, ਜਵਾਬ ਦਿਓ। The astrologer muttered a few incantations। ਤਾਂ ਉਸ ਐਸਟ੍ਰੋਲੋਜਰ ਨੇ ਕੀ ਕੀਤਾ, ਕੁਛ ਆਪਣੇ ਵੱਲੋਂ ਕੈਲਕੂਲੇਸ਼ਨਾਂ ਲਗਾਈਆਂ। ਉਹਨੇ ਕਿਹਾ alright I speak, ਠੀਕ ਹੈ ਮੈਂ ਬੋਲਦਾ, but will you give me a rupee if what I say is right? ਪਰ ਕੀ ਮੈਨੂੰ 1 ਰੁਪਇਆ ਦੇਂਗਾ, ਜੇ ਮੈਂ ਜੋ ਕਹਿ ਰਿਹਾ ਉਹ ਸੱਚ ਹੋਇਆ ਤਾਂ ਕੀ ਮੈਨੂੰ 1 ਰੁਪਇਆ ਦੇਂਗਾ। ਤਾਂ ਉਹ ਵਿਅਕਤੀ ਕਹਿੰਦਾ ਕਿ ਹਾਂ ਠੀਕ ਹੈ ਮੈਂ ਤੈਨੂੰ 1 ਰੁਪਇਆ ਦੇ ਦੂੰਗਾ। ਚਲੋ, you were left for dead, am I right? ਜੋਤਸ਼ੀ ਪਹਿਲੀ ਗੱਲ ਦੱਸਦਾ ਹੈ, ਕਹਿੰਦਾ you were left for dead, ਤੈਨੂੰ ਮਰਨ ਲਈ ਛੱਡਤਾ ਸੀ ਕਿਸੇ ਨੇ, ਤੇਰੇ ਕਿਸੇ ਨੇ ਕੁਛ ਮਾਰਿਆ ਸੀ, ਮਰਨ ਵਾਸਤੇ ਛੱਡਤਾ ਸੀ। ਉਹ ਤਾਂ ਬੰਦਾ ਹੈਰਾਨ ਹੋ ਗਿਆ, ਕਹਿੰਦਾ ਆਹਾ ਹਾ ਹਾ ਟੈਲ ਮੀ ਮੋਰ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸਲੀ ਜੋਤਸ਼ੀ ਨਹੀਂ ਨਕਲੀ ਹੈ। ਤਾਂ ਉਹ ਬੰਦਾ ਹੈਰਾਨ ਹੋ ਕੇ ਕਹਿੰਦਾ ਕਿ ਹਾਂ ਹੋਰ ਦੱਸ, ਤੂੰ ਤਾਂ ਸਹੀ ਦੱਸ ਰਿਹਾ। A knife has passed through you once, ਇੱਕ ਵਾਰ ਤੇਰੇ ਸਰੀਰ 'ਚ ਚਾਕੂ ਲੱਗ ਚੁੱਕਿਆ। Good fellow, ਕਹਿੰਦਾ ਕਮਾਲ ਹੋ ਗਿਆ। What else, ਹੋਰ ਦੱਸੋ। And then you pushed into a well near by the field, ਫਿਰ ਤੁਹਾਨੂੰ ਉਹ ਆਦਮੀ ਖੇਤ ਦੇ ਨੇੜੇ ਖੂਹ 'ਚ ਧੱਕਾ ਮਾਰ ਗਿਆ। You were left for dead, ਤੈਨੂੰ ਮਰਾ ਸਮਝ ਕੇ ਛੱਡ ਗਿਆ। ਉਹ ਤਾਂ ਹੈਰਾਨ ਹੋ ਗਿਆ ਬੰਦਾ ਕਿ ਇਹਨੇ ਤਾਂ ਸਹੀ ਗੱਲਾਂ ਦੱਸਤੀਆਂ ਸਾਰੀਆਂ। I should have been dead, ਕਹਿੰਦਾ ਹਾਂ ਹਾਂ ਮੈਂ ਤਾਂ ਮਰ ਹੀ ਜਾਂਦਾ। If a passerby had not chanced to peep into the well, ਅਗਰ ਉੱਥੋਂ ਲੰਘਦਾ ਇੱਕ ਵਿਅਕਤੀ ਖੂਹ 'ਚ ਨਾ ਦੇਖ ਲੈਂਦਾ। ਸੋ ਹੁਣ ਇਹ ਜੋਤਸ਼ੀ ਕੀ ਕਹਿੰਦਾ ਹੈ, The astrologer proceeded, ਅੱਗੇ ਅੱਗੇ ਗੱਲਾਂ ਦੱਸਦਾ ਰਹਿੰਦਾ। ਗੁਰੂ ਨਾਇਕ ਉਹਦਾ ਨਾਂ ਵੀ ਦੱਸ ਦਿੰਦਾ। ਉਹ ਬੰਦਾ ਹੈਰਾਨ ਰਹਿ ਜਾਂਦਾ, ਟੇਕਨ ਅਬੈਕ, ਇੱਕਦਮ ਹੱਕਾ ਬੱਕਾ ਰਹਿ ਜਾਂਦਾ, ਕਹਿੰਦਾ you know my name, ਤੈਨੂੰ ਮੇਰਾ ਨਾਂ ਵੀ ਪਤਾ ਹੈ। ਹੁਣ ਜੋਤਸ਼ੀ ਕੀ ਕਹਿੰਦਾ, as I know all other things ਗੁਰੂ ਨਾਇਕ, I also know your name। ਜਿਵੇਂ ਮੈਨੂੰ ਬਾਕੀ ਸਭ ਕੁਝ ਪਤਾ ਲੱਗ ਗਿਆ ਤੇਰੀ ਕੁੰਡਲੀ ਤੋਂ, ਉਵੇਂ ਤੇਰਾ ਨਾਂ ਪਤਾ ਲੱਗਿਆ। Your village is 2 days journey, ਤੇਰਾ ਪਿੰਡ ਇੱਥੋਂ 2 ਦਿਨ ਦਾ ਯਾਤਰਾ ਕਰਨ ਤੋਂ ਬਾਅਦ ਪਹੁੰਚਦੇ ਹਾਂ, ਯਾਨੀ ਕਿ ਇਸ ਸ਼ਹਿਰ ਤੋਂ ਅਗਰ ਪਿੰਡ ਜਾਣਾ ਹੋਵੇ ਤਾਂ 2 ਦਿਨ ਯਾਤਰਾ ਕਰਨੀ ਪੈਂਦੀ ਹੈ। Take this magic powder and be gone, ਆ ਭਬੂਤ ਚੱਕ ਤੇ ਇੱਥੋਂ ਚਲਾ ਜਾ। I see once again a great danger to your life, ਤੇ ਮੈਨੂੰ ਇੱਕ ਵਾਰ ਫੇਰ ਲੱਗ ਰਿਹਾ ਕਿ ਤੈਨੂੰ ਖਤਰਾ ਹੈ। ਤਾਂ ਉਹ ਵਿਅਕਤੀ ਕਹਿੰਦਾ ਕਿ ਕੀ ਮੈਨੂੰ ਉਹ ਆਦਮੀ ਮਿਲੂਗਾ ਜਿਹਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਜੋਤਸ਼ੀ ਕਹਿੰਦਾ ਕਿ ਉਹਦੀ ਤਾਂ ਤੂੰ ਚਿੰਤਾ ਛੱਡ ਦੇ, he was crushed under a lorry, ਉਹ ਤਾਂ ਇੱਕ ਗੱਡੀ ਥੱਲੇ ਆ ਕੇ ਮਰ ਗਿਆ ਸੀ, ਇੱਕ ਬੱਸ ਥੱਲੇ ਆ ਕੇ ਮਰ ਗਿਆ ਸੀ। The other looked gratified to hear it, ਤੇ ਜਦੋਂ ਹੀ ਉਹ ਵਿਅਕਤੀ ਨੇ ਸੁਣਿਆ ਉਹ ਖੁਸ਼ ਹੋ ਗਿਆ, ਕਹਿੰਦਾ ਠੀਕ ਹੈ ਮਰ ਗਿਆ। ਕਿਉਂਕਿ ਉਹ ਵਿਅਕਤੀ ਕਿਹਨੂੰ ਲੱਭ ਰਿਹਾ, ਉਹ ਵਿਅਕਤੀ ਉਹਨੂੰ ਲੱਭ ਰਿਹਾ ਜਿਹਨੇ ਉਹਦੇ ਛੁਰਾ ਮਾਰਿਆ ਸੀ, ਉਹਦਾ ਦੋਸਤ ਸੀ। ਤੇ ਹੁਣ ਇਹ ਜੋਤਸ਼ੀ ਕੀ ਹੈ, ਇਹ ਵੀ ਰਾਤੋਂ ਰਾਤ ਪਿੰਡੋਂ ਭੱਜਿਆ ਹੋਇਆ। ਤਾਂ ਦੋਹਾਂ ਦੇ ਵਿੱਚ ਜਿਹੜਾ ਹੈ ਉਹ ਇਹੀ ਗੱਲਬਾਤ ਹੁੰਦੀ ਹੈ, ਤੇ ਉਹ ਵਿਅਕਤੀ ਖੁਸ਼ ਹੁੰਦਾ ਹੈ ਤੇ ਉਸਨੂੰ ਹੈਂਡਫੁਲ ਆਫ ਕੋਇਨਸ, ਬਹੁਤ ਸਾਰੇ ਸਿੱਕੇ ਮੁੱਠੀ ਭਰ ਕੇ ਦੇ ਦਿੰਦਾ ਹੈ। ਹੁਣ ਘਰ ਜਾ ਕੇ ਕੀ ਹੁੰਦਾ ਕਲਾਸ, ਇਟ ਵਾਜ਼ ਨੀਅਰਲੀ ਮਿਡਨਾਈਟ, ਅੱਧੀ ਰਾਤ ਦਾ ਟਾਈਮ ਹੋਣ ਵਾਲਾ। ਵੈਨ ਦਾ ਐਸਟ੍ਰੋਲੋਜਰ ਰੀਚਡ ਹੋਮ, ਜਦੋਂ ਘਰ ਪਹੁੰਚਿਆ। ਹਿਜ਼ ਵਾਈਫ ਵਾਜ਼ ਵੇਟਿੰਗ ਫॉर ਹਿਮ ਐਟ ਦ ਡੋਰ, ਪਤਨੀ ਕਿੱਥੇ ਇੰਤਜ਼ਾਰ ਕਰ ਰਹੀ ਸੀ, ਗੇਟ ਤੇ ਉਸਦਾ ਇੰਤਜ਼ਾਰ ਕਰ ਰਹੀ ਸੀ। ਐਂਡ ਡਿਮਾਂਡਡ ਐਨ ਐਕਸਪਲੇਨੇਸ਼ਨ, ਕਿਉਂਕਿ ਹਨੇਰਾ ਬਹੁਤ ਹੋ ਗਿਆ ਸੀ। ਉਹ ਕਹਿੰਦੀ ਕੀ ਹੋ ਗਿਆ, ਤੂੰ ਕਿੱਥੇ ਰਹਿ ਗਿਆ ਸੀ। ਤਾਂ ਉਹ ਸਾਰੇ ਕੋਇਨਸ ਉਸ ਵਾਰ ਕੀ ਕਰ ਦਿੰਦਾ, ਫਲੰਗ ਕਰ ਦਿੰਦਾ, ਉਛਾਲ ਦਿੰਦਾ ਕਿ ਆ ਚੱਕ ਸਿੱਕੇ ਕਮਾ ਰਿਹਾ ਸੀਗਾ। ਕਾਊਂਟ ਦੈਮ, ਵਨ ਮੈਨ ਗੇਵ ਆਲ ਦੈਟ, ਇਹਨਾਂ ਨੂੰ ਗਿਣ ਲੈ, ਇੱਕੋ ਹੀ ਆਦਮੀ ਨੇ ਦਿੱਤੇ ਇੰਨੇ ਸਾਰੇ ਸਿੱਕੇ। ਤਾਂ ਉਹ ਕਹਿੰਦੀ ਕਿ ਕਿੰਨੇ ਨੇ ਜੀ ਇਹ, 12 ਐਂਡ ਅ ਹਾਫ ਆਨਾਜ਼, ਇਹ ਤਾਂ ਜੀ ਕਹਿੰਦੀ 12.5 ਆਨੇ ਨੇ। ਇੰਨੇ ਆਨੇ ਕਮਾ ਲਿਆਏ ਤੁਸੀਂ, ਕਿਵੇਂ ਕਮਾਏ ਇਹ। ਸ਼ੀ ਵਾਜ਼ ਓਵਰਜੋਇਡ, ਉਹ ਤਾਂ ਖੁਸ਼ ਹੋ ਗਈ ਬਹੁਤ ਜ਼ਿਆਦਾ। ਇੱਕ ਤਾਂ ਹੁੰਦਾ ਜੋਇਡ ਖੁਸ਼ ਹੋਣਾ, ਇੱਕ ਹੁੰਦਾ ਓਵਰਜੋਇਡ ਖੂਬ ਖੁਸ਼ ਹੋਣਾ, ਅਚਾਨਕ ਹੀ ਇੰਨੇ ਸਿੱਕੇ ਆ ਗਏ। ਆਈ ਕੈਨ ਬਾਏ ਸਮ ਜੈਗਰੀ, ਮੈਂ ਕੁਛ ਗੁੜ ਖਰੀਦ ਲੂੰਗੀ। ਬੇਟੇ ਜੈਗਰੀ ਕੀ ਹੁੰਦਾ, ਗੁੜ। ਐਂਡ ਕੋਕੋਨਟ ਟਮੋਰੋ, ਤੇ ਗੁੜ ਤੇ ਨਾਰੀਅਲ ਖਰੀਦੂੰਗੀ ਤੇ ਕੁਛ ਨਾ ਕੁਛ ਮਿਠਾਈ ਬਣਾਉਂਗੀ। ਚਿਲਡਰਨ ਵਰ ਆਸਕਿੰਗ ਫॉर ਸਵੀਟਸ,
ਬੱਚੇ ਕਹਿ ਰਹੇ ਸੀ ਕਿ ਮਾਂ ਕੁਛ ਮਿੱਠਾ ਬਣਾ ਦੇ। The swine had cheated me, ਉਸ ਹਰਾਮਖੋਰ ਆਦਮੀ ਨੇ ਮੈਨੂੰ ਧੋਖਾ ਦਿੱਤਾ। He promised me a rupee, ਉਹਨੇ ਮੈਨੂੰ ਦਿੱਤਾ, ਕਿਹਾ ਤਾਂ ਪ੍ਰੋਮਿਸ ਕੀਤਾ ਸੀ 1 ਰੁਪਇਆ ਦਊਂਗਾ, ਲੇਕਿਨ ਉਸਨੇ ਮੈਨੂੰ ਕੁਝ ਸਿੱਕੇ ਹੀ ਦਿੱਤੇ। ਤਾਂ ਪਤਨੀ ਕਹਿੰਦੀ ਹੈ, you look worried, what's wrong, ਤੁਸੀਂ ਚਿੰਤਿਤ ਲੱਗ ਰਹੇ ਹੋ, ਕੀ ਹੋ ਗਿਆ? Nothing, ਇਹ ਵਿਅਕਤੀ ਕਹਿੰਦਾ। ਡਿਨਰ ਕਰਨ ਤੋਂ ਬਾਅਦ ਮੰਜੇ ਤੇ ਬੈਠੇ ਹੋਏ, sitting on the cot, he told her, do you know a great load is gone from me today? ਆਪਣੀ ਪਤਨੀ ਨੂੰ ਕਹਿੰਦਾ ਹੈ, ਤੈਨੂੰ ਪਤਾ ਹੈ ਮੇਰੇ ਦਿਮਾਗ ਤੋਂ ਇੱਕ ਬਹੁਤ ਵੱਡਾ ਲੋਡ ਚਲਾ ਗਿਆ। I thought I had the blood of a man on my hands, ਮੈਨੂੰ ਲੱਗਦਾ ਸੀ ਕਿ ਮੈਂ ਇੱਕ ਵਿਅਕਤੀ ਨੂੰ ਮਾਰਤਾ ਔਰ ਇੱਕ ਵਿਅਕਤੀ ਦੇ ਖੂਨ ਦੇ ਨਿਸ਼ਾਨ ਮੇਰੇ ਹੱਥਾਂ ਤੇ ਨੇ। ਇੰਨੇ ਸਾਰੇ ਸਾਲ ਮੈਂ ਪਿੰਡੋਂ ਭੱਜ ਕੇ ਇਸੇ ਗੱਲ ਲਈ ਦੁਖੀ ਰਿਹਾ। That is why I ran from home, ਇਸ ਲਈ ਮੈਂ ਘਰੋਂ ਭੱਜਿਆ ਸੀ। Settled here, ਇੱਥੇ ਰਹਿਣ ਲੱਗ ਗਿਆ, ਨਕਲੀ ਜੋਤਸ਼ੀ ਬਣ ਗਿਆ। Married you, ਤੇ ਨਾਲ ਵਿਆਹ ਕਰਾਇਆ। He is alive, ਅੱਜ ਮੈਨੂੰ ਪਤਾ ਲੱਗਿਆ ਕਿ ਉਹ ਵਿਅਕਤੀ ਜ਼ਿੰਦਾ ਹੈ। ਮੈਂ ਬਹੁਤ ਖੁਸ਼ ਹਾਂ, ਮੇਰੇ ਮਨ ਤੋਂ ਬੋਝ ਉਤਰ ਗਿਆ। ਪਤਨੀ ਕਹਿੰਦੀ ਕਿ ਤੂੰ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ? ਹੈਰਾਨ ਹੋ ਗਈ ਉਹ। Yes, in our village when I was silly youngster, ਹਾਂ ਜਦੋਂ ਮੈਂ ਇੱਕ ਮੂਰਖ ਨੌਜਵਾਨ ਹੁੰਦਾ ਸੀ। We drank, ਅਸੀਂ ਸ਼ਰਾਬ ਪੀਤੀ। Gambled, ਅਸੀਂ ਜੂਆ ਖੇਡਿਆ। And quarreled, ਫਿਰ ਅਸੀਂ ਲੜ ਪਏ। Why think of it now, ਚਲੋ ਹੁਣ ਆਪਾਂ ਕੀ ਲੈਣਾ, it's time to sleep। ਸੋ ਇਸ ਤਰੀਕੇ ਨਾਲ ਬੱਚਾ, ਇਹ ਸਾਰੀ ਸਟੋਰੀ ਮੈਂ ਤੁਹਾਨੂੰ ਸਮਝਾਤੀ ਕਿ ਨਕਲੀ ਜੋਤਸ਼ੀ ਕਿਵੇਂ ਆਪਣੀ ਚੁਸਤੀ ਦੇ ਨਾਲ ਆਪਣੇ ਆਪ ਨੂੰ ਬਚਾ ਲੈਂਦਾ ਹੈ। ਸੋ ਇਹਦੇ ਕੁਐਸਚਨ ਆਨਸਰ ਬੇਟੇ ਉਹ ਤੁਹਾਨੂੰ ਸਾਰੇ ਮੈਂ ਭੇਜੂੰਗੀ PDF 'ਚ ਦੁਬਾਰਾ, ਕਿਉਂਕਿ ਇੱਕ ਵਾਰ ਤਾਂ ਮੈਂ ਭੇਜ ਚੁੱਕੀ ਹਾਂ ਐਸਟਰੋਲੋਜਰਸ ਦੇ ਵਿਦ ਵੀਡੀਓਜ਼, ਦੁਬਾਰਾ ਭੇਜੂੰਗੀ। ਆਹ ਸਾਰੇ ਕੁਐਸਚਨ ਨੇ ਜਿਨ੍ਹਾਂ ਦੇ ਆਨਸਰ ਤੁਹਾਨੂੰ ਭੇਜੇ ਜਾਣਗੇ ਤੇ ਤੁਸੀਂ ਲਿਖਣੇ ਨੇ।